खबरों के इस बुलेटिन विच तुहाडा स्वागत है। मैं आशिया पंजाबी। पहला पेश ने हुण तक दीआं चोणवीआं खबरां। आशीष मिश्रा के समर्पण मगरों नवजोत सिंह सिद्धू ने खत्म की भुख हड़ताल। पुल सुधार रैली दौरान सुखबीर सिंह बादल का वड्डा ऐलान। कांची राम जी के नां ते मैडिकल कॉलेज बनाउण दा कीता ऐलान। एक तां एससी स्कॉलरशिप फिर तो पूरे जोर शोर नाल लागू की जाऊगी। श्रीनगर च अतवादियों वालों प्रिंसीपल के कतल नूं लैके बोले ज्ञानी जथेदार हरप्रीत सिंह। दोषियों खिलाफ कार्रवाई करन दी कीती मंग। ट्रांसपोर्ट मंत्री राजा वड़िंग ने चोणा मंडियां दा कीता दौरा। प्रबंधां दा लिया जायजा। बठिंडा के सरकारी हस्पताल च मरीज हो रहे ने खज्जल खुआर। डेंगू चैकअप के नहीं हैं पुख्ता प्रबंध। लखीमपुर हिंसा ते संयुक्त किसान मोर्चा वालों उलीकी गई रूपरेखा। 26 अक्तूबर ਨੂੰ लखनऊ ਵਿੱਚ ਹੋਵੇਗੀ ਮਹਾਪੰਚਾਇਤ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਪੁੱਤਰ ਅਤੇ ਟਿਕੂਨੀਆ ਮਾਮਲੇ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਮੋਨੂ ਅੱਜ ਸਵੇਰੇ ਅਪਰਾਧ ਸ਼ਾਖਾ ਦੇ ਦਫ਼ਤਰ ਪਹੁੰਚੇ, ਜਿੱਥੇ ਉਸ ਤੋਂ ਪੁੱਛਗਿੱਛ ਸ਼ੁਰੂ ਕੀਤੀ ਗਈ, ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਆਪਣਾ ਵਰਤ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਸਿੱਧੂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਮਰਨ ਵਰਤ ਰੱਖਣ ਦਾ ਐਲਾਨ ਕੀਤਾ ਸੀ। हाँ, नवजोत सिद्धू ने वर्त तोड़ लिया दूध पी के। बच्ची ने बनाया दूध। नवजोत सिंह सिद्धू दा तुसीं तस्वीरां देख सकते हो, जिहड़ा अपना वर्त कल दा रखिया होया सी उस नूं खत्म कर दिता हैगा। अपना वर्त जिहड़ा रखिया होया सी भुख हड़ताल नूं बच्चे दे वल्लों दुੱਧ पिया के नवजोत सिंह सिद्धू दा जिहड़ा वर्त हैगा ਉਹ खत्म कीता जा रहा है। और जूस दा जिहड़े गिलास ने तुसीं देख सकते हो नवजोत सिंह सिद्धू दे वल्लों ਜਿਹੜੇ बाकी तमाम एमएलए राजकुमार ਚੱਬੇਵਾਲ ਦਾ ਵੀ ਕਿਉਂਕਿ वर्त ਨਾਲ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਜਲੰਧਰ ਪਹੁੰਚੇ, ਜਿੱਥੇ ਉਹਨਾਂ ਨੇ ਗਰੀਬਾਂ ਦੇ ਮਸੀਹਾ ਸ੍ਰੀ ਕਾਂਸ਼ੀ ਰਾਮ ਜੀ ਦੀ ਬਰਸੀ ਮੌਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਉਹਨਾਂ ਨੇ ਜਿੱਥੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਵਾਈਆਂ, ਉੱਥੇ ਹੀ ਦੁਆਬੇ ਵਿੱਚ ਕਾਂਸ਼ੀ ਰਾਮ ਜੀ ਦੇ ਨਾਂ ਤੇ ਮੈਡੀਕਲ ਕਾਲਜ ਬਣਾਉਣ ਦਾ ਵੀ ਐਲਾਨ ਕੀਤਾ। ਇੱਕ ਤਾਂ ਐਸਸੀ ਸਕਾਲਰਸ਼ਿਪ ਫਿਰ ਤੋਂ ਪੂਰੇ ਜ਼ੋਰ ਸ਼ੋਰ ਨਾਲ ਲਾਗੂ ਕੀਤੀ ਜਾਊਗੀ ਤੇ ਤੁਸੀਂ ਦੇਖੋਗੇ ਜਿਹੜੇ 4 ਲੱਖ ਬੱਚੇ ਵਾਂਝੇ ਹੋ ਗਏ ਸੀ, ਹੁਣ ਸਾਰਿਆਂ ਨੂੰ ਪੜ੍ਹਾਈ ਫਿਰ ਤੋਂ ਅਗਲੇ ਸਾਲ ਤੋਂ ਤਿਆਰੀ ਕਰ ਲਓ, ਸਾਰੇ ਕਾਲਜਾਂ ਵਿੱਚ ਐਡਮਿਸ਼ਨਾਂ ਹੋਣਗੀਆਂ। ਇੱਕ ਹੋਰ ਵੱਡੀ ਗੱਲ ਕਰਨ ਲੱਗੇ ਆ, ਆਪਣੇ ਪੰਜਾਬ ਵਿੱਚ ਗਰੀਬ ਜਨਤਾ ਜ਼ਿਆਦਾ ਤੋਂ ਜ਼ਿਆਦਾ ਜਨਤਾ ਸਰਕਾਰੀ ਸਕੂਲਾਂ 'ਚ ਪੜ੍ਹਦੀ ਹੈ। ਸਰਕਾਰੀ ਸਕੂਲਾਂ ਦੇ ਬੱਚੇ ਇਹ ਵੱਡੇ ਕਾਲਜਾਂ 'ਚ ਜਾ ਨਹੀਂ ਸਕਦੇ ਕਿਉਂਕਿ ਵਿਚਾਰਿਆਂ ਕੋਲ ਇੰਨੇ ਨੰਬਰ ਨਹੀਂ ਹੁੰਦੇ ਤੇ ਪੈਸਾ ਨਹੀਂ ਹੁੰਦਾ। ਜੇ ਲਵਲੀ ਯੂਨੀਵਰਸਿਟੀ ਜਾਣਾ ਹੋਏ ਵਿਚਾਰੇ ਜਾ ਨਹੀਂ ਸਕਦੇ, ਜਾਂ ਹੋਰ ਕੋਈ ਇੰਜੀਨੀਅਰ ਕੋਲ ਡਾਕਟਰ ਬਣਨਾ ਕਰ ਨਹੀਂ ਸਕਦੇ। ਇਸ ਕਰਕੇ ਅਸੀਂ ਫੈਸਲਾ ਕੀਤਾ ਕਿ ਮੈਂ ਚਾਹੁੰਦਾ ਕਿ ਮੇਰੀ ਸਰਕਾਰ ਵਿੱਚ, ਤੁਹਾਡੀ ਸਰਕਾਰ ਵਿੱਚ ਗਰੀਬ ਲੋਕ ਡਾਕਟਰ ਬਣ ਸਕਣ, ਇੰਜੀਨੀਅਰ ਬਣ ਸਕਣ। ਇਸ ਕਰਕੇ ਜਿੰਨੀਆਂ ਵੀ ਪ੍ਰਾਈਵੇਟ ਯੂਨੀਵਰਸਿਟੀਆਂ, ਕਾਲਜ ਹੈ, ਮੈਡੀਕਲ ਕਾਲਜ ਹੈ, ਸਰਕਾਰੀ ਮੈਡੀਕਲ ਕਾਲਜ ਹੈ, 33% ਸੀਟਾਂ ਉੱਥੇ ਸਰਕਾਰੀ ਸਕੂਲ ਦੇ ਪੜ੍ਹੇ ਹੋਏ ਬੱਚਿਆਂ ਵਾਸਤੇ ਰਿਜ਼ਰਵ ਹੋਣਗੀਆਂ। ਆ ਬਹੁਤ ਵੱਡੀ ਗੱਲ ਹੈ। ਤੇ ਉਹਨਾਂ 33% ਸੀਟਾਂ ਵਿੱਚ ਭਾਵੇਂ ਪ੍ਰਾਈਵੇਟ ਯੂਨੀਵਰਸਿਟੀ ਹੈ, ਕਾਲਜ ਹੈ, ਭਾਵੇਂ ਮੈਡੀਕਲ ਕਾਲਜ ਹੈ, ਜਿੱਥੇ 10-10 ਲੱਖ ਰੁਪਇਆ, 20-20 ਲੱਖ ਰੁਪਇਆ ਲੈਂਦੇ ਹੈ, ਉਹ 33% ਬੱਚਿਆਂ ਦੀ ਪੜ੍ਹਾਈ ਫ੍ਰੀ ਹੋਊਗੀ। ਪੰਜਾਬ ਸਰਕਾਰ ਉਹਦਾ ਖਰਚਾ ਚੱਕੂਗੀ। ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਅੱਤਵਾਦੀਆਂ ਦੀ ਬੁਜ਼ਦਿਲੀ ਦੀ ਹਰਕਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਅੱਤਵਾਦੀ ਲਗਾਤਾਰ ਆਮ ਜਨਤਾ ਨੂੰ ਨਿਸ਼ਾਨਾ ਬਣਾ ਰਹੇ ਨੇ। ਹਾਲ ਹੀ ਦੇ ਵਿੱਚ ਸ਼੍ਰੀਨਗਰ ਦੇ ਇੱਕ ਸਕੂਲ ਵਿੱਚ ਦਾਖਲ ਹੋ ਕੇ ਅੱਤਵਾਦੀਆਂ ਨੇ ਸਕੂਲ ਦੀ ਪ੍ਰਿੰਸੀਪਲ ਸੁਪਿੰਦਰ ਕੌਰ ਅਤੇ ਅਧਿਆਪਕ ਦੀਪਕ ਚੰਦ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਕਾਇਰਾਨਾ ਹਰਕਤ ਦੱਸਿਆ। ਉਹਨਾਂ ਕਿਹਾ ਭਾਰਤ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰਕੇ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ। ਇਸ ਸਕੂਲ ਦੇ ਉੱਤੇ ਹਮਲਾ ਇਹ ਬਹੁਤ ਹੀ ਕਾਇਰਤਾ ਭਰੀ ਜਿਹੜੀ ਹੈ ਕਰਤੂਤ ਹੈ। ਇਸ ਸਕੂਲ ਦੇ ਵਿੱਚ ਗੋਲੀਆਂ ਚਲਾ ਕੇ 2 ਟੀਚਰਾਂ ਦੀ ਜਿਹੜੀ ਹੈ ਉਹ ਹੱਤਿਆ ਕਰ ਦੇਣੀ, ਇਹ ਬਹਾਦਰੀ ਨਹੀਂ ਹੈ, ਇਹ ਬੁਜ਼ਦਿਲੀ ਹੈ। ਔਰ ਜਿਨ੍ਹਾਂ ਨੇ ਵੀ ਇਹ ਕਰਤੂਤ ਕੀਤੀ ਹੈ, ਕਾਰਾ ਕੀਤਾ ਹੈ, ਉਹਨਾਂ ਨੇ ਬੁਜ਼ਦਿਲੀ ਕੀਤੀ ਹੈ, ਇਹ ਕਾਇਰਾਨਾ ਹਰਕਤ ਕੀਤੀ ਹੈ। ਭਾਰਤ ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਹਦੀ ਬਹੁਤ ਬਰੀਕੀ ਦੇ ਨਾਲ ਜਾਂਚ ਕੀਤੀ ਜਾਏ ਕਿ ਜਿਹਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਕੌਣ ਲੋਕ ਹੈ, ਕਿਹਦੇ ਨਾਲ ਜੁੜੇ ਹੈ, ਕਿਹਦੇ ਨਾਲ ਤਾਲੁਕਾਤ ਰੱਖਦੇ ਹੈ।
ਤੇ ਕਸ਼ਮੀਰ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੀ ਸੁਰੱਖਿਆ ਜਿਹੜੀ ਹੈ ਉਹ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਕਸ਼ਮੀਰ ਦੇ ਵਿੱਚ ਵੀ ਇੱਕ ਸਿੱਖ ਦਾ ਕਤਲ ਤੇ ਇੱਕ ਹਿੰਦੂ ਦਾ ਕਤਲ ਜਿਹੜਾ ਹੈ ਇਹ ਘੱਟ ਗਿਣਤੀਆਂ ਦੇ ਉੱਤੇ ਹਮਲਾ ਹੈ ਉੱਥੇ। ਤੇ ਇਸੇ ਤਰ੍ਹਾਂ ਹੀ ਲਖੀਮਪੁਰ ਖੀਰੀ ਦੇ ਵਿੱਚ ਜੋ ਕੁਝ ਵਾਪਰਿਆ ਇਹ ਵੀ ਬਹੁਤ ਮੰਦਭਾਗਾ ਹੈ। ਭਾਰਤ ਸਰਕਾਰ ਜਿਹੜੀ ਹੈ ਉਹ ਖਾਸ ਇਸ ਗੱਲ ਦੇ ਉੱਤੇ ਤਵੱਜੋ ਦੇਵੇ ਕਿ ਘੱਟ ਗਿਣਤੀਆਂ ਦੀ ਜਾਨ ਮਾਲ ਦੀ ਹਿਫਾਜ਼ਤ ਜਿਹੜੀ ਹੈ ਉਹ ਸਹੀ ਢੰਗ ਦੇ ਨਾਲ ਕੀਤੀ ਜਾਵੇ ਤੇ ਪ੍ਰਸ਼ਾਸਨ ਜਿਹੜਾ ਇਸ ਨੂੰ ਚੁਸਤ ਦਰੁਸਤ ਭਾਰਤ ਸਰਕਾਰ ਕਰੇ ਤਾਂ ਕਿ ਭਵਿੱਖ ਦੇ ਵਿੱਚ ਅਜਿਹੀਆਂ ਘਟਨਾਵਾਂ ਜਿਹੜੀਆਂ ਉਹ ਮੁੜ ਨਾ ਵਾਪਰਨ। ਤੇ ਇਹ ਜਿਹੜੀ ਕਰਤੂਤ ਜੰਮੂ ਕਸ਼ਮੀਰ ਦੇ ਵਿੱਚ ਹੋਈ ਹੈ, ਸਕੂਲ ਦੇ ਵਿੱਚ ਹਮਲਾ ਕਰਨਾ ਤੇ ਹਮਲਾ ਕਰਕੇ 2 ਟੀਚਰਾਂ ਨੂੰ ਜਿਹੜਾ ਮਾਰ ਦੇਣਾ, ਤੇ ਇਹਦੀ ਜਿਹੜੀ ਹੈ ਜਿੰਨੀ ਨਿਖੇਧੀ ਕੀਤੀ ਜਾਏ ਉਨੀ ਥੋੜ੍ਹੀ ਹੈ। ਤੇ ਜਿਹੜੇ ਵੀ ਉੱਥੇ ਜਿਹੜੇ ਕਤਲ ਹੋਏ ਨੇ ਤੇ ਅਸੀਂ ਸਾਰੇ ਉਹਨਾਂ ਨਾਲ ਹਮਦਰਦੀ ਰੱਖਦੇ, ਉਹਨਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਰੱਖਦੇ। ਤੇ ਭਾਰਤ ਸਰਕਾਰ ਤੋਂ ਫਿਰ ਇਹੋ ਹੀ ਅਸੀਂ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਦੋਸ਼ੀ ਜਿਹੜੇ ਆ ਬੇਨਕਾਬ ਕੀਤੇ ਜਾਣ ਔਰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਵੇ। ਪੰਜਾਬ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਪ੍ਰਬੰਧ ਪੁਖਤਾ ਤੌਰ ਤੇ ਕਰ ਲਏ ਗਏ ਨੇ। ਇਹਨਾਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ, ਜਿੱਥੇ ਉਹਨਾਂ ਨੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਅਤੇ ਫਸਲ ਦੀ ਖਰੀਦ ਅਤੇ ਭੁਗਤਾਨ ਸਮੇਂ ਤੇ ਕਰਨ ਦਾ ਭਰੋਸਾ ਦਿਵਾਇਆ। ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਨਵੇਂ ਬਣੇ ਮੰਤਰੀ ਰਾਜਾ ਵੜਿੰਗ ਨੇ ਅੱਜ ਜਾਇਜ਼ਾ ਲਿਆ। ਰਾਜਾ ਵੜਿੰਗ ਇਸ ਮੌਕੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਪਹੁੰਚ ਕੇ ਜਿੱਥੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ, ਉੱਥੇ ਹੀ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਚਰਚਾ ਕੀਤੀ ਅਤੇ ਅਧਿਕਾਰੀਆਂ ਨੂੰ ਉਹਨਾਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਪਹਿਲੀ ਵਾਰ ਮੰਤਰੀ ਬਣਨ ਤੋਂ ਬਾਅਦ ਰਾਜਾ ਵੜਿੰਗ ਕਿਸਾਨਾਂ ਨੂੰ ਮਿਲੇ। ਕਿਸਾਨਾਂ ਨੇ ਜਿੱਥੇ ਉਹਨਾਂ ਦਾ ਸਵਾਗਤ ਕੀਤਾ, ਉੱਥੇ ਹੀ ਰਾਜਾ ਵੜਿੰਗ ਨੇ ਕਿਸਾਨਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਉਹਨਾਂ ਦੀ ਫਸਲ ਜਿੱਥੇ ਜਲਦੀ ਹੀ ਚੁੱਕੀ ਜਾਵੇਗੀ, ਨਾਲ ਹੀ ਉਹਨਾਂ ਦਾ ਭੁਗਤਾਨ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਨੇ ਟਰਾਂਸਪੋਰਟਰਸ ਨੂੰ ਵੀ ਕਿਹਾ ਹੈ ਕਿ ਬੱਸਾਂ ਦੇ ਕਾਗਜ਼ਾਤ ਪੂਰੇ ਕਰਕੇ ਹੀ ਬੱਸਾਂ ਚਲਾਉਣ। ਦੇਖੋ ਜੀ, ਮੈਂ ਅੱਜ ਅਨਾਜ ਮੰਡੀ ਦੇ ਵਿੱਚ ਆਇਆ ਹਾਂ। ਸਾਡੇ तमाम ਆਫੀਸ਼ੀਅਲ ਐਸਡੀਐਮ ਸਾਹਿਬਾਨ ਤੇ तमाम ਜਿਹੜੇ ਡੀਐਫਐਸਸੀ ਤੇ ਸਾਰੇ ਸੰਬੰਧਿਤ ਮਹਿਕਮੇ ਦੇ ਲੋਕ ਇੰਸਪੈਕਟਰ ਸਾਹਿਬਾਨ ਇੱਥੇ ਆਏ ਹੈ। ਸੋ ਸਰਕਾਰ ਨੇ ਜਿਹੜਾ ਹਮੇਸ਼ਾ ਵਾਅਦਾ ਕੀਤਾ ਹੈ, 4.5 ਸਾਲ ਇੱਕ ਵੀ ਕਿਸੇ ਕਿਸਾਨ ਨੂੰ ਦਿੱਕਤ ਨਹੀਂ ਆਉਣ ਦਿੱਤੀ ਅਸੀਂ ਮੰਡੀ ਦੇ ਵਿੱਚ। ਔਰ ਬੜੀ ਬੇਖੂਬਸੂਰਤੀ ਦੇ ਨਾਲ ਸਾਡੇ ਮੰਤਰੀ ਸਾਹਿਬਾਨ ਭਾਰਤ ਭੂਸ਼ਣ ਆਸ਼ੂ ਜੀ ਤੇ ਸਰਕਾਰ ਨੇ 4.5 ਸਾਲ ਕਿਸਾਨਾਂ ਦੀਆਂ ਫਸਲਾਂ ਚੁੱਕੀਆਂ। ਸੋ ਇਹ ਮੈਨੂੰ ਲੱਗਦਾ ਸਰਕਾਰ ਦੇ ਵਿੱਚ ਇਲੈਕਸ਼ਨ ਆਉਣ ਤੋਂ ਪਹਿਲਾਂ ਅਖੀਰਲੀ ਫਸਲ ਹੈ। ਸੋ ਸਾਡੀ ਪੂਰੀ ਤਿਆਰੀ ਹੈ ਕਿ ਕਿਸਾਨ ਨੂੰ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਨਾ ਆਵੇ। ਉਧਰ ਕੇਂਦਰ ਸਰਕਾਰ ਦੀ ਪੂਰੀ ਤਿਆਰੀ ਹੈ ਕਿ ਇਹਨਾਂ ਨੂੰ ਰੋਜ਼ਾਨਾ ਪਰੇਸ਼ਾਨ ਕਰੋ ਤਾਂ ਜੋ ਇੱਕ ਤਾਂ ਇਲੈਕਸ਼ਨ ਦਾ ਸਮਾਂ ਹੈ ਤੇ ਇੱਕ ਕਿਸਾਨ ਨਾਲ ਜਿਹੜੀ ਉਹ ਲੜਾਈ ਚੱਲ ਰਹੀ ਹੈ ਉਹਦੇ ਵਿੱਚ ਹੋਰ ਰਿਫਟ ਪਾਈਏ ਤੇ ਇਹਨਾਂ ਦਾ ਮਨੋਬਲ ਸਿੱਟੀਏ। ਲੇਕਿਨ ਸਾਡੇ ਮੁੱਖ ਮੰਤਰੀ ਸਾਹਿਬ ਚੰਨੀ ਸਾਹਿਬ ਇਸ ਤੇ ਪੂਰੇ ਦ੍ਰਿੜ ਹੈਗੇ ਨੇ, ਸਾਡੇ ਮੰਤਰੀ ਸਾਹਿਬ ਵੀ, ਔਰ ਮੈਂ ਵੀ ਅੱਜ ਮੰਡੀਆਂ 'ਚ ਆਇਆ। ਅਸੀਂ ਪੂਰੀ ਸਰਕਾਰ ਇਸ ਗੱਲ ਤੇ ਦ੍ਰਿੜ ਹੈ ਕਿ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਕਿਸਾਨ ਨੂੰ ਆਉਣ ਨਹੀਂ ਦੇਵਾਂਗੇ। ਬੇਸ਼ੱਕ ਸਾਨੂੰ ਮੰਡੀਆਂ 'ਚ ਆਪ ਰੋਜ਼ਾਨਾ ਜਾਣਾ ਪਵੇ, ਕਿਸਾਨ ਦੀ ਫਸਲ ਚੱਕਣੀ ਸਭ ਤੋਂ ਜ਼ਰੂਰੀ ਅਹਿਮ ਸਾਡੇ ਵਾਸਤੇ ਵਿਸ਼ਾ ਹੈ ਜਿਹੜਾ ਹੁਣ ਹੈ। ਸੋ ਦੂਜੀ ਗੱਲ ਤੁਸੀਂ ਬੱਸਾਂ ਦੀ ਕੀਤੀ ਹੈ। ਮੈਂ ਸਕੰਜਾ ਤਾਂ ਮੈਂ ਕਿਸੇ ਤੇ ਕੀ ਕੱਸਣਾ ਹੈ। ਮੇਰਾ ਤਾਂ ਇੱਕ ਹੀ ਕੰਮ ਹੈ ਕਿ ਲੋਕ ਮਾਫੀਆ ਦੀ ਗੱਲ ਕਰਦੇ ਸੀ, ਮਾਫੀਆ ਦੀ। ਸੋ ਟਰਾਂਸਪੋਰਟ ਮਾਫੀਆ ਹੋਏ, ਬੇਸ਼ੱਕ ਰੇਤ ਮਾਫੀਆ ਹੋਏ, ਬੇਸ਼ੱਕ ਕੋਈ ਕੇਬਲ ਮਾਫੀਆ ਹੋਏ। ਸੋ ਮੈਨੂੰ ਕੁਦਰਤੀ ਟਰਾਂਸਪੋਰਟ ਦਾ ਕੰਮ ਮਿਲ ਗਿਆ। ਸੋ ਮੈਂ ਚਾਹੁੰਦਾ ਕਿ ਉੱਥੇ ਕਾਇਦੇ ਕਾਨੂੰਨ ਲਾਗੂ ਹੋਣ। ਬੇਸ਼ੱਕ ਉਹ ਬੱਸ ਕਿਸੇ ਦੀ ਵੀ ਹੈ, ਬੇਸ਼ੱਕ ਉਹ ਕਿਸੇ ਪਰਿਵਾਰ ਨਾਲ ਸੰਬੰਧਿਤ ਹੈ, ਬੇਸ਼ੱਕ ਉਹ ਰਾਜਨੀਤਿਕ ਪਰਿਵਾਰ ਨਾਲ ਸੰਬੰਧਿਤ ਹੈ। ਸੋ ਮੈਂ ਉਹ ਨਿਰੰਤਰ ਉਹ ਜਿਹੜੀਆਂ ਸਾਰੀਆਂ ਗੱਲਾਂ ਹੈ, ਜਿਹੜੇ ਉਹ ਰੂਲ ਐਂਡ ਰੈਗੂਲੇਸ਼ਨਸ ਹੈ, ਜਿਹੜੀਆਂ ਕਮੀਆਂ ਸੀ ਉਹਨਾਂ ਨੂੰ ਪੂਰੀਆਂ ਕਰਾ ਰਹੇ ਔਰ ਉਹਨਾਂ ਦੀ ਕਾਰਵਾਈ ਕਰ ਰਹੇ। ਕਿਤੇ ਨਾ ਕਿਤੇ ਬੱਸਾਂ ਦੇ ਟਾਈਮਾਂ 'ਚ ਬਹੁਤ ਜ਼ਿਆਦਾ ਅੰਤਰ ਹੈ, ਜ਼ਿਆਦਾ ਟਾਈਮ ਦਿੱਤਾ ਵਾ। ਹਾਂਜੀ, ਉਹ ਕਾਫੀ ਦੇਰ ਦਾ ਪੁਰਾਣਾ ਹੈ। ਵੱਡੇ ਲੋਕਾਂ ਨੇ ਆਪਦੀ ਬੱਸ ਨੂੰ 10 ਮਿੰਟ ਤੇ ਸਰਕਾਰੀ ਬੱਸ ਨੂੰ 2 ਮਿੰਟ ਜਾਂ ਛੋਟੇ ਆਪਰੇਟਰ ਨੂੰ 2 ਮਿੰਟ, ਉਹਨਾਂ ਨੂੰ 10 ਮਿੰਟ, ਵੱਡੇ 'ਚੋਂ ਫਿਰ ਪੂਰੀ ਸਵਾਰੀ ਚੱਕ ਕੇ ਜਾਂਦੇ, ਅੱਗੇ ਵੀ ਲਾ ਕੇ ਜਾਂਦੇ। ਸੋ ਅਸੀਂ ਟਾਈਮ ਟੇਬਲ ਬਣਾਉਣ ਦੀ ਪੂਰਨ ਕੋਸ਼ਿਸ਼ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਜਿਹੜਾ ਟਾਈਮ ਟੇਬਲ 14 ਸਾਲਾਂ 'ਚ ਨਹੀਂ ਬਣਿਆ ਉਹਨੂੰ ਅਸੀਂ ਹੁਣ ਸਿਰੇ ਲਾ ਦਿਆਂਗੇ, ਬਣਾ ਦਿਆਂਗੇ।
ਸਿਹਤ ਸਹੂਲਤਾਂ ਨੂੰ ਲੈ ਕੇ ਅਕਸਰ ਪ੍ਰਸ਼ਾਸਨ ਵੱਲੋਂ ਵੱਡੇ ਦਾਅਵੇ ਕੀਤੇ ਜਾਂਦੇ ਨੇ, ਪਰ ਇਸ ਦੀ ਪੋਲ ਉਦੋਂ ਖੁੱਲ ਜਾਂਦੀ ਹੈ ਜਦੋਂ ਹੀ ਕਿਸੇ ਸ਼ਹਿਰ ਕਸਬੇ ਦੇ ਵਿੱਚ ਮਹਾਮਾਰੀ ਸ਼ੁਰੂ ਹੁੰਦੀ ਹੈ। ਕੋਰੋਨਾ ਦੌਰ ਵਿੱਚ ਹੋਈ ਖੱਜਲ ਖੁਆਰੀ ਦੌਰਾਨ ਵੀ ਸਿਹਤ ਵਿਭਾਗ ਨੇ ਕੋਈ ਨੋਟਿਸ ਨਹੀਂ ਲਿਆ। ਨਤੀਜਨ ਡੇਂਗੂ ਦਾ ਕਹਿਰ ਸ਼ੁਰੂ ਹੁੰਦਿਆਂ ਹੀ ਵੱਡੇ ਸ਼ਹਿਰਾਂ ਦੇ ਸਰਕਾਰੀ ਹਸਪਤਾਲਾਂ ਦੇ ਪ੍ਰਬੰਧਾਂ ਦੀ ਪੋਲ ਖੁੱਲਣੀ ਸ਼ੁਰੂ ਹੋ ਗਈ। ਤਾਜ਼ਾ ਮਾਮਲਾ ਬਠਿੰਡਾ ਦੇ ਸਿਵਲ ਹਸਪਤਾਲ ਦਾ ਹੈ, ਜਿੱਥੇ ਮਾੜੇ ਪ੍ਰਬੰਧਾਂ ਕਾਰਨ ਪਹਿਲਾਂ ਹੀ ਕਾਫੀ ਚਰਚਾ ਹੈ, ਪਰ ਹੁਣ ਮਰੀਜ਼ਾਂ ਨੇ ਦੋਸ਼ ਲਗਾਇਆ ਕਿ ਸਿਹਤ ਕਰਮਚਾਰੀ ਆਪਣੀ ਜਾਣ ਪਛਾਣ ਦੇ ਲੋਕਾਂ ਦਾ ਚੈੱਕਅਪ ਜਲਦੀ ਕਰ ਰਹੇ ਨੇ, ਜਿੱਥੇ ਆਮ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। दोनों जवाक बीमार नहीं, डेंगू है भाई। उन्होंने कल का टैस्ट लिखा भाई, कल आए सी, कल पर्चे नहीं फड़ी इन्होंने। अज सवेरे 8:15 बजे आए खड़े आ। ये पहला आपके मुलाजम कहते हैं आ कहते साढ़े है, पर वो मुलाजम नहीं है। लेडीज़ आई है, 4 लेडीज़ लैके आई है। पहले वह टेस्ट करता, फिर 4 लैके आई है, फिर टेस्ट करता, फिर 2 लैके आई, फिर 80 बोलिया उन्होंने। फिर एक मुंडे का किया टेस्ट, फिर एक मुलाजम आए सी पुलिस वाले, 2-3 बंदे उन्होंने लैके आए, वो टेस्ट करके किसी ने नंबर में आवाज़ नहीं मारी, कोई कुछ नहीं किया इन्होंने, ना ही होए नहीं अजे तक। कहते हुण बंद है टेस्ट, जान पछाण वाले करी जाते हैं, हड़ताल कर गई उन्होंने। ਹਾਲਾਂਕਿ ਇਸ ਸੰਬੰਧੀ ਜਦੋਂ ਐਸਐਮਓ ਬਠਿੰਡਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਫਿਲਹਾਲ ਇਸ ਬਾਰੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ। ਜੇਕਰ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਐਕਚੁਅਲੀ ਕੀ ਹੈ ਕਿ ਸਾਡੇ ਹਸਪਤਾਲ 'ਚ ਜਿਹੜੇ ਪੇਸ਼ੈਂਟ ਬਹੁਤ ਜ਼ਿਆਦਾ ਆ ਰਹੇ ਆ, ਜਦੋਂ ਆਪਾਂ ਟੈਸਟ ਕਰਦੇ ਹਾਂ ਉਹ ਮਸ਼ੀਨ 'ਚ ਜਿੰਨੇ ਇੱਕ ਵਾਰੀ 'ਚ ਪੈਣੇ ਆ ਉਨੇ ਹੀ ਲੱਗਣੇ ਆ। ਜਦੋਂ ਉਸ ਤੋਂ ਵੱਧ ਜਾਂਦੇ ਆ ਤਾਂ ਉਹਨਾਂ ਦੇ ਅਸੀਂ ਸਿਰਫ ਸੈਂਪਲ ਲੈਂਦੇ ਹਾਂ, ਤਾਂ ਅਗਲੇ ਦਿਨ ਜਦੋਂ ਵੀ ਉਹਨਾਂ ਦੀ ਵਾਰੀ ਆਉਂਦੀ ਹੈ ਵਾਰੀ ਸਿਰ ਸੈਂਪਲ ਕਰਦੇ ਹਾਂ। ਲੋਕਾਂ ਨੂੰ ਇਹ ਇਤਰਾਜ਼ ਸੀ ਕਿ ਸ਼ਾਇਦ ਕੁਝ ਜਿਹੜੇ ਹੈਗੇ ਆ ਮੁਲਾਜ਼ਮਾਂ ਨੇ ਕਿਸੇ ਦੇ ਪਹਿਲ ਦੇ ਆਧਾਰ 'ਤੇ ਕਰਤਾ ਵਿੱਚੋਂ ਪਰਚੀ ਕੱਢ ਕੇ, ਉਹਦੇ ਬਾਰੇ ਅਸੀਂ ਪਤਾ ਕਰ ਲਾਂਗੇ ਜੇ ਕਿਸੇ ਦਾ ਉਵੇਂ ਕੀਤਾ ਤਾਂ। ਅਦਰਵਾਈਜ਼ ਸਾਡਾ ਇਹ ਹੈ ਕਿ ਸਾਰਿਆਂ ਦਾ ਵਾਰੀ ਸਿਰ ਹੋਵੇ। ਡਾਕਟਰ ਨੂੰ ਇਹ ਹਦਾਇਤ ਕੀਤੀ ਹੋਈ ਹੈ ਕਿ ਵਾਰੀ ਸਿਰ ਸਭ ਦਾ ਟ੍ਰੀਟਮੈਂਟ ਜਿਹੜੇ ਟੈਸਟ ਆ ਉਹ ਵਾਰੀ ਸਿਰ ਹੁੰਦੇ ਰਹਿਣ। ਸਟਾਫ ਦੀ ਕਮੀ ਹੈ, ਸਾਡੇ ਕੋਲ ਮਸ਼ੀਨਾਂ ਦੀ ਕਮੀ ਹੈ, ਕਿਉਂਕਿ ਜਿੰਨੀਆਂ ਇੱਕ ਮਸ਼ੀਨ 'ਚ ਜਿੰਨੇ ਟੈਸਟ ਲੱਗਣੇ ਆ, ਇੱਕ ਵਾਰੀ 'ਚ 100 ਟੈਸਟ ਲੱਗਦੇ ਆ, ਦਿਨ 'ਚ 2 ਵਾਰੀ ਉਹ ਕਰਦੇ ਆ, ਤਾਂ 200 ਟੈਸਟ ਇੱਕ ਵਾਰੀ 'ਚ ਲੱਗਦੇ ਆ, ਤਾਂ ਜਿੰਨੀ ਕੁ ਉਹਦੇ 'ਚ ਲੱਗਣੇ ਆਪਾਂ ਉਨੀ ਟੈਸਟ ਕਰ ਪਾਵਾਂਗੇ ਨਾ। ਨਹੀਂ ਅਸੀਂ ਕੱਲ੍ਹ ਤੋਂ ਇਹ ਕਰਤਾ ਹੋਇਆ ਕਿ ਉਹ ਉਹਦਾ ਸੈਂਪਲ ਦੇ ਜਾਣ, ਜਦੋਂ ਉਹਨਾਂ ਦੀ ਵਾਰੀ ਹੈ ਕਿ ਸੈਂਪਲ ਟੈਸਟ ਹੋ ਜਾਊਗਾ, ਮੀਨਵੇਲ ਉਹ ਆਪਣਾ ਟ੍ਰੀਟਮੈਂਟ ਕਰਾਉਂਦੇ ਨੇ। ਹਾਂ, ਜਿਹੜੇ ਪੇਸ਼ੈਂਟ ਡੇਂਗੂ ਦੇ ਆ ਜਾਂ ਜਿਹੜੇ ਪੇਸ਼ੈਂਟ ਉੱਤੇ ਦਾਖਲ ਹੈ ਵਾਰਡ 'ਚ, ਉਹਨਾਂ ਦੇ ਅਸੀਂ ਪਹਿਲ ਦੇ ਆਧਾਰ 'ਤੇ ਕਰਨੇ ਲਖੀਮਪੁਰ ਖੀਰੀ ਵਿੱਚ ਹੋਈ ਘਟਨਾ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਰੋਸ ਹੈ। ਇਸ ਨੂੰ ਲੈ ਕੇ ਕਿਸਾਨ ਸੰਯੁਕਤ ਮੋਰਚਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਅਤੇ ਉਸ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ਹੀਦ ਕਿਸਾਨਾਂ ਨੂੰ 12 ਅਕਤੂਬਰ ਨੂੰ ਸ਼ਰਧਾਂਜਲੀ ਦੇਣ ਦਾ ਐਲਾਨ ਕੀਤਾ ਗਿਆ ਤੇ 26 ਅਕਤੂਬਰ ਨੂੰ ਲਖਨਊ ਵਿੱਚ ਮਹਾਪੰਚਾਇਤ ਕਰਨ ਦਾ ਵੀ ਸੱਦਾ ਦਿੱਤਾ ਗਿਆ। ਇਸ ਤੋਂ ਇਲਾਵਾ ਹੋਰ ਕਿਹੜੇ ਪ੍ਰੋਗਰਾਮ ਉਲੀਕੇ ਗਏ, आओ जानते हैं। 12 तारीख का जो भोग होगा 12 अक्टूबर का, वो तिकोनिया में होगा लखीमपुर खीरी में। उसमें सब लोग जाएं। अगर कुछ लोग नहीं जा सकते तो सार्वजनिक स्थान पे या शाम को 8 बजे मोमबत्ती जला के उन किसानों को उनको आप श्रद्धांजलि दे सकते हैं। 15 तारीख में दहन होगा, जो हम बुराइयों का दहन करते हैं। ਹੁਣ ਤੱਕ ਦੀਆਂ ਖਾਸ ਖਬਰਾਂ, ਅਗਲਾ ਬੁਲੇਟਿਨ ਲੈ ਕੇ ਫਿਰ ਤੋਂ ਹੋਵਾਂਗੇ ਹਾਜ਼ਰ। ਸਤਿ ਸ਼੍ਰੀ ਅਕਾਲ।